ਹੈਲੋ ਡੀਅਰ ਸਟੂਡੈਂਟਸ। ਤਾਂ ਅੱਜ ਦਾ ਆਪਣਾ ਟੌਪਿਕ ਆ ਚਾਰਟਰ ਐਕਟ ਆਫ 1833। ਜਿਵੇਂ ਕਿ ਆਪਾਂ ਨੇ ਪੜ੍ਹਿਆ ਸੀ ਕਿ ਜੋ ਈਸਟ ਇੰਡੀਆ ਕੰਪਨੀ ਸੀ ਇੰਡੀਆ ਆ ਕੇ ਟਰੇਡ ਕਰ ਰਹੀ ਸੀ ਅਤੇ ਉਹਨੂੰ ਮੋਨੋਪਲੀ ਮਿਲੀ ਹੋਈ ਸੀ ਕਿ ਇੰਡੀਆ ਆ ਕੇ ਟਰੇਡ ਕਰ ਸਕਦੀ ਆ। ਬਟ ਕੰਪਨੀ ਨੂੰ ਘਾਟਾ ਪੈਣ ਕਰਕੇ ਜੋ ਬ੍ਰਿਟੇਨ ਦੀ ਗੌਰਮੈਂਟ ਸੀ ਉਹਨੇ ਵਿੱਚ ਇੰਟਰਫੇਅਰ ਕੀਤਾ ਔਰ ਕੰਪਨੀ ਨੂੰ ਰੈਗੂਲੇਟ ਕਰਨਾ ਸਟਾਰਟ ਕਰਿਆ ਸੀ। ਤਾਂ ਉਸੇ ਸੀਰੀਜ਼ ਦੇ ਵਿੱਚ ਉਹ 20 ਸਾਲਾਂ ਦੇ ਟਾਈਮ ਪੀਰੀਅਡ ਦੇ ਬਾਅਦ ਐਕਟ ਰਿਲੀਜ਼ ਕਰਦੀ ਸੀ। ਠੀਕ ਹੈ, ਤਾਂ ਇਸੇ ਸੀਰੀਜ਼ ਦੇ ਵਿੱਚ ਆਪਾਂ ਨੇ ਪਿਛਲਾ ਐਕਟ ਰੀਡ ਕਰਿਆ ਸੀ ਚਾਰਟਰ ਐਕਟ ਆਫ 1813। ਤਾਂ ਉਸ ਤੋਂ ਨੈਕਸਟ 20 ਸਾਲਾਂ ਦੇ ਟਾਈਮ ਪੀਰੀਅਡ ਬਾਅਦ ਐਕਟ ਰਿਲੀਜ਼ ਹੋਣਾ ਸੀ ਚਾਰਟਰ ਐਕਟ ਆਫ 1833। ਤਾਂ ਅੱਜ ਆਪਣਾ ਟੌਪਿਕ ਇਹੀ ਆ, ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਕਿ ਇਹਦੇ ਵਿੱਚ ਇਹ ਵਾਲੇ ਐਕਟ ਨੂੰ ਆਪਾਂ ਹੋਰ ਕਿਹੜੇ ਐਕਟ ਨਾਮ ਨਾਲ ਜਾਣਦੇ ਹਾਂ, ਸੇਂਟ ਹੈਲੀਨਾ ਐਕਟ। ਇਸ ਐਕਟ ਦੇ ਵਿੱਚ ਬੇਸਿਕਲੀ ਕੀ ਹੋਇਆ ਸੀ, ਜੋ ਈਸਟ ਇੰਡੀਆ ਕੰਪਨੀ ਦੀ ਮੋਨੋਪਲੀ ਸੀ ਉਹਨੂੰ ਟੋਟਲੀ ਖਤਮ ਕਰ ਦਿੱਤਾ ਗਿਆ। 1813 ਵਾਲੇ ਐਕਟ ਦੇ ਵਿੱਚ ਟਰੇਡ ਇਨ ਟੀ ਔਰ ਟਰੇਡ ਵਿਦ ਚਾਈਨਾ ਉਹ ਵਾਲੀ ਮੋਨੋਪਲੀ ਕੰਟੀਨਿਊ ਸੀ। ਬਾਕੀ ਸਾਰੇ ਮਤਲਬ ਮੈਟਰਸ ਦੇ ਵਿੱਚ ਜਿਹੜੀ ਮੋਨੋਪਲੀ ਸੀ ਉਹਨੂੰ ਖਤਮ ਕੀਤਾ ਗਿਆ ਸੀ। ਪਰ ਇਸ ਐਕਟ ਦੇ ਅਕੋਰਡਿੰਗ ਹੁਣ ਟਰੇਡ ਇਨ ਟੀ ਔਰ ਟਰੇਡ ਵਿਦ ਚਾਈਨਾ ਉਹਨਾਂ ਨੂੰ ਵੀ ਕੀ ਕਰ ਦਿੱਤਾ, ਉਹ ਵਾਲੀ ਮੋਨੋਪਲੀ ਨੂੰ ਵੀ ਕੀ ਕੀਤਾ ਗਿਆ, ਖਤਮ ਕਰ ਦਿੱਤਾ ਗਿਆ। ਤਾਂ ਇਸ ਤਰੀਕੇ ਨਾਲ ਜਿਹੜੀ ਕੰਪਨੀ ਸੀ ਉਹਦੀਆਂ ਕਮਰਸ਼ੀਅਲ ਐਕਟੀਵਿਟੀਜ਼ ਬੰਦ ਹੋ ਗਈਆਂ ਸੀ ਅਤੇ ਹੁਣ ਜਿਹੜੀ ਕੰਪਨੀ ਆ ਉਹ ਟੋਟਲੀ ਇੱਕ ਐਡਮਿਨਿਸਟ੍ਰੇਟਿਵ ਬੋਡੀ ਬਣ ਕੇ ਰਹਿ ਗਈ ਸੀ। ਠੀਕ ਹੈ, ਤਾਂ ਹੁਣ ਇਸ ਤੋਂ ਇਲਾਵਾ ਜਿੱਥੇ ਵੀ ਬ੍ਰਿਟਿਸ਼ਰਸ ਦਾ ਕਬਜ਼ਾ ਸੀ, ਠੀਕ ਹੈ, ਉੱਥੇ ਕੰਪਨੀ ਆਪਣੀ ਐਕਟੀਵਿਟੀਜ਼ ਪੋਲੀਟੀਕਲ ਐਕਟੀਵਿਟੀਜ਼, ਠੀਕ ਹੈ, ਜਾਂ ਫਿਰ ਐਡਮਿਨਿਸਟ੍ਰੇਟਿਵ ਐਕਟੀਵਿਟੀਜ਼ ਕੰਟੀਨਿਊ ਕਰ ਸਕਦੀ ਸੀ। ਬਟ ਉਹ ਬ੍ਰਿਟੇਨ ਦੀ ਸਰਕਾਰ ਦੇ ਨਾਮ 'ਤੇ ਹੋਊ, ਉੱਥੋਂ ਦੀ ਰਾਣੀ ਦੇ ਨਾਮ 'ਤੇ ਹੋਊਗਾ। ਐਵੇਂ ਨਹੀਂ ਕਿ ਕੰਪਨੀ ਆਪਣੇ ਬਿਹਾਫ 'ਤੇ ਕੁਛ ਵੀ ਡਿਸੀਜ਼ਨ ਲੈ ਰਹੀ ਆ। ਤਾਂ ਇਸ ਦੀ ਫਸਟ ਪ੍ਰੋਵੀਜ਼ਨ ਆਪਣੇ ਕੋਲ ਕੀ ਆ, ਇੰਡੀਆ ਬਿਕੇਮ ਆ ਬ੍ਰਿਟਿਸ਼ ਕਲੋਨੀ। ਇਹਦਾ ਬੇਸਿਕਲੀ ਮਤਲਬ ਕੀ ਆ ਕਿ ਜਿਹੜੀ ਇੰਡੀਆ ਦੇ ਵਿੱਚ ਪਾਵਰ ਸੀ ਉਹ ਇੱਕੋ ਜਗ੍ਹਾ ਦੇ ਉੱਤੇ ਸੈਂਟਰਲਾਈਜ਼ ਹੋ ਰਹੀ ਸੀ। ਜੋ ਗਵਰਨਰ ਆਫ, ਜਿਵੇਂ ਕਿ ਆਪਾਂ ਨੇ ਪਹਿਲੇ ਐਕਟ ਦੇ ਵਿੱਚ ਪੜ੍ਹਿਆ ਸੀ ਕਿ ਗਵਰਨਰ ਹੁੰਦੇ ਸੀ ਇਹਦਾ ਮਦਰਾਸ ਦਾ, ਬੰਬਈ ਦਾ ਔਰ ਬੰਗਾਲ ਦਾ, ਤਿੰਨਾਂ ਦੇ ਆਪਣੇ ਆਪਣੇ ਮਤਲਬ ਇੰਡੀਪੈਂਡੈਂਟਲੀ ਕੰਮ ਕਰਦੇ ਸੀ। ਪਰ ਜਿਹੜਾ ਫਸਟ ਐਕਟ ਆਇਆ ਸੀ ਉਹਨੇ ਕੀ ਕੀਤਾ, ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਤਾ ਸੀ ਅਤੇ ਉਹਦੇ 4 ਮੈਂਬਰਸ ਦੀ ਐਗਜ਼ੀਕਿਊਟਿਵ ਕਾਊਂਸਲ ਦਿੱਤੀ ਗਈ। ਪਰ ਹੁਣ ਜਿਹੜਾ ਚਾਰਟਰ ਐਕਟ ਆਫ 1833 ਆਇਆ ਇਹਦੇ ਵਿੱਚ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ ਸੀ। ਮੈਂ ਰਿਪੀਟ ਕਰ ਰਹੀ ਹਾਂ, ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ। ਤਾਂ ਹੁਣ ਫਸਟ ਬੰਦਾ ਕਿਹੜਾ ਸੀ ਜਿਹਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਇਆ ਗਿਆ, ਇਹ ਨਾਮ ਇੰਪੋਰਟੈਂਟ ਆ, ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਨੈਕਸਟ ਆ ਜਾਂਦਾ ਕਿ ਜਿਹੜੀ ਵੀ ਕੰਟਰੀ ਦੀ ਐਡਮਿਨਿਸਟ੍ਰੇਸ਼ਨ ਸੀ ਉਹ ਸਾਰੀ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਆ ਗਈ ਸੀ, ਇੱਕ ਜਗ੍ਹਾ 'ਚ ਕੰਟਰੋਲ 'ਤੇ ਆ ਗਈ ਸੀ। ਇਹਨੂੰ ਥੋੜ੍ਹਾ ਆਪਾਂ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਦੇਖੋ ਹੁਣ ਜਿਹੜਾ ਮਦਰਾਸ ਦਾ ਗਵਰਨਰ ਆ ਉਹ ਆਪਣੇ ਰੂਲ ਬਣਾ ਰਹੇ ਆ, ਜੋ ਗਵਰਨਰ ਬੰਬਈ ਦਾ ਉਹ ਆਪਣੇ ਰੂਲ ਬਣਾ ਰਹੇ ਆ, ਜੋ ਗਵਰਨਰ ਜਨਰਲ ਆਫ ਬੰਗਾਲ ਸੀ ਉਹ ਆਪਣੇ ਰੂਲ ਬਣਾ ਰਿਹਾ ਸੀ। ਠੀਕ ਹੈ, ਤਾਂ ਜਿਹੜਾ ਚਾਰਟਰ ਐਕਟ ਦੇ ਵਿੱਚ ਆ ਗਏ ਉਹ ਅਲੱਗ ਤੋਂ ਰੂਲ ਚੱਲ ਰਹੇ ਨੇ। ਤਾਂ ਕਨਫਿਊਜ਼ਨ ਕ੍ਰੀਏਟ ਹੋ ਗਈ ਸੀ ਕਿ ਕਿਹੜਾ ਲਾਅ ਮੰਨਿਆ ਜਾਊਗਾ, ਕਿਹੜਾ ਲਾਅ ਸੁਪੀਰੀਅਰ ਆ, ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ। ਤਾਂ ਇਸ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਚਾਰਟਰ ਐਕਟ ਆਫ 1833 ਦੇ ਵਿੱਚ ਇਹ ਪ੍ਰੋਵੀਜ਼ਨ ਰੱਖੀ ਗਈ ਕਿ ਜਿਹੜੀ ਪੂਰੀ ਹੁਣ ਲੈਜਿਸਲੇਟਿਵ ਪਾਵਰ ਆ ਉਹ ਗਵਰਨਰ ਜਨਰਲ ਆਫ ਇੰਡੀਆ ਦੇ ਹੱਥ ਆ, ਗਵਰਨਰ ਆਫ ਬੰਬਈ ਤੇ ਮਦਰਾਸ ਦੇ ਹੱਥ ਕੋਈ ਲੈਜਿਸਲੇਟਿਵ ਪਾਵਰ ਨਹੀਂ। ਲੈਜਿਸਲੇਟਿਵ ਪਾਵਰ ਦਾ ਬੇਸਿਕਲੀ ਮਤਲਬ ਹੁੰਦਾ ਲਾਅ ਮੇਕਿੰਗ ਦੀ ਪਾਵਰ। ਤਾਂ ਹੁਣ ਲਾਅ ਮੇਕਿੰਗ ਦੀ ਜਿਹੜੀ ਵੀ ਫਾਈਨਲ ਪਾਵਰ ਸੀ ਉਹ ਕਿਹਦੇ ਹੱਥ ਸੀ, ਗਵਰਨਰ ਜਨਰਲ ਆਫ ਇੰਡੀਆ। ਦੈਨ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਰ ਜਨਰਲ ਸੀ ਉਹ ਪੂਰੇ ਇੰਡੀਆ 'ਤੇ ਜਿੱਥੇ ਵੀ ਮਤਲਬ ਕਿ ਬ੍ਰਿਟਿਸ਼ਰਸ ਦਾ ਕਬਜ਼ਾ ਸੀ ਉਹਨਾਂ ਦੇ ਵਾਸਤੇ ਲਾਅ ਬਣਾ ਸਕਦਾ ਸੀ। ਪਰ ਹੁਣ ਐਵੇਂ ਤਾਂ ਹੈ ਨਹੀਂ ਕਿ ਕੋਈ ਵੀ ਆ ਕੇ ਲਾਅ ਬਣਾ ਰਹੇ ਆ, ਕੁਛ ਵੀ ਪਾਸ ਕਰਤਾ। ਜੋ ਵੀ ਲਾਅ ਬਣਦਾ ਸੀ ਉਹ ਵਾਲੇ ਲਾਅ ਨੂੰ ਪਹਿਲਾਂ ਅੱਗੇ ਉੱਥੇ ਭੇਜਿਆ ਜਾਂਦਾ ਸੀ ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਵਿੱਚ। ਠੀਕ ਹੈ, ਜਦੋਂ ਪਾਰਲੀਮੈਂਟ ਉਹਨੂੰ ਅਪਰੂਵ ਕਰ ਦਿੰਦੀ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਕੀ ਬਣ ਜਾਂਦਾ ਸੀ, ਐਕਟ ਬਣ ਜਾਂਦਾ ਸੀ। ਤਾਂ ਇੱਥੇ ਆਪਾਂ ਨੂੰ ਆਹ ਗੱਲ ਵੀ ਧਿਆਨ ਰੱਖਣ ਦੀ ਲੋੜ ਆ ਕਿ ਚਾਰਟਰ ਐਕਟ ਆਫ 1833 ਤੋਂ ਪਹਿਲਾਂ ਜਿੰਨੇ ਵੀ ਲਾਅ ਬਣਾਏ ਗਏ ਸੀ ਉਹਨਾਂ ਸਾਰਿਆਂ ਨੂੰ ਆਪਾਂ ਰੈਗੂਲੇਸ਼ਨਸ ਕਹਿੰਦੇ ਸੀ, ਕਿਉਂਕਿ ਉਹ ਸਿਰਫ ਜਿਹੜੇ ਗਵਰਨਰ ਸੀ ਉਹ ਬਣਾ ਰਹੇ ਸੀ। ਪਰ ਚਾਰਟਰ ਐਕਟ ਆਫ 1833 ਤੋਂ ਬਾਅਦ ਦੇ ਵਿੱਚ ਜਿਹੜੇ ਵੀ ਲਾਅ ਬਣੇ ਨੇ ਉਹਨਾਂ ਨੂੰ ਆਪਾਂ ਨੇ ਐਕਟਸ ਦਾ ਨਾਮ ਦਿੱਤਾ। ਰੀਜ਼ਨ ਕੀ ਆ, ਕਿਉਂਕਿ ਉਹ ਬ੍ਰਿਟੇਨ ਦੀ ਸਰਕਾਰ ਤੋਂ ਅਪਰੂਵ ਹੋ ਕੇ ਆ ਰਹੇ ਨੇ। ਠੀਕ ਹੈ, ਨੈਕਸਟ ਉਹੀ ਗੱਲ ਦੱਸੀ ਹੋਈ ਹੈ ਕਿ ਜੋ ਵੀ ਗਵਰਨਰ ਜਨਰਲ ਇਨ ਕਾਊਂਸਲ ਹੈਡ ਅਥੋਰਿਟੀ ਟੂ ਅਮੈਂਡ, ਕੋਈ ਵੀ ਲਾਅ ਜੇ ਅਮੈਂਡ ਕਰਨਾ ਕਿਤੇ ਵੀ, ਕਹਿੰਦੇ ਜਿਹੜੇ ਵੀ ਬ੍ਰਿਟਿਸ਼ ਟੈਰੀਟਰੀਜ਼ ਨੇ ਜਾਂ ਫਿਰ ਜੋ ਵੀ ਬਾਹਰ ਤੋਂ ਬੰਦੇ ਆ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ 'ਤੇ ਕੋਈ ਵੀ ਲਾਅ ਲਗਾਉਣਾ, ਉਹ ਸਾਰੀ ਪਾਵਰ ਕਿਹਦੇ ਹੱਥ ਆ ਗਈ ਸੀ, ਗਵਰਨਰ ਜਨਰਲ ਆਫ ਇੰਡੀਆ ਦੇ ਹੱਥ ਸੀ। ਅਤੇ ਇਸ ਤੋਂ ਇਲਾਵਾ ਜੋ ਸਿਵਲ ਐਂਡ ਮਿਲਟਰੀ ਅਫੇਅਰ ਸੀ ਕੰਪਨੀ ਦੇ
ਉਹ ਗਵਰਨਰ ਜਨਰਲ ਇਨ ਕਾਊਂਸਿਲ ਦੇ ਕੰਟਰੋਲ ਦੇ ਵਿੱਚ ਸੀ ਤੇ ਗਵਰਨਰ ਜਨਰਲ ਆਫ ਕਾਊਂਸਿਲ ਦੇ ਵਿੱਚ ਹੁਣ ਦੁਬਾਰਾ ਤੋਂ 4 ਮੈਂਬਰ ਕਰ ਦਿੱਤੇ ਗਏ ਸੀ। ਸਟਾਰਟਿੰਗ ਦੇ ਵਿੱਚ ਦੇਖੋ 4 ਮੈਂਬਰ ਸੀ, ਉਸ ਤੋਂ ਬਾਅਦ ਦੇ ਵਿੱਚ ਕਾਊਂਸਿਲ ਦੀ ਪਾਵਰ ਨੂੰ ਘਟਾਉਣ ਵਾਸਤੇ ਫਿਰ 3 ਮੈਂਬਰ ਕਰੇ ਗਏ। ਹੁਣ ਇੱਕ ਹੋਰ ਮੈਂਬਰ ਨੂੰ ਦੁਬਾਰਾ ਐਡ ਕਰਿਆ ਗਿਆ, ਠੀਕ ਹੈ। ਜਿਹੜਾ 4th ਮੈਂਬਰ ਸੀ ਉਹਦੇ ਕੋਲ ਕੋਈ ਜ਼ਿਆਦਾ ਪਾਵਰਸ ਨਹੀਂ ਸੀ, ਲਿਮਿਟਡ ਪਾਵਰ ਸੀ। ਅਸਲ ਦੇ ਵਿੱਚ ਜਿਹੜਾ ਉਹ ਮੈਂਬਰ ਸੀ ਉਹ ਲਾਅ ਮੈਂਬਰ ਹੁੰਦਾ ਸੀ। ਹੁਣ ਦੇਖੋ ਜਿਹੜੀ ਆਪਣੇ ਕੋਲ ਕਾਊਂਸਿਲ ਆ ਉਹ ਲਾਅ ਬਣਾ ਰਹੀ ਆ, ਤਾਂ ਡੈਫੀਨੇਟਲੀ ਕੋਈ ਨਾ ਕੋਈ ਇੱਕ ਅਜਿਹਾ ਬੰਦਾ ਹੋਣਾ ਚਾਹੀਦਾ ਨਾ ਜਿਹਨੂੰ ਲਾਅ ਦੀ ਕੋਈ ਨੌਲੇਜ ਵੀ ਹੋਵੇ। ਹੁਣ ਐਵੇਂ ਤਾਂ ਹੈ ਨਹੀਂ ਕਿ ਸੁਬਾਹ ਉੱਠੇ ਕੋਈ ਵੀ ਐਲਾਨ ਕਰਤਾ ਚਲੋ ਜੀ ਲਾਅ ਬਣ ਗਿਆ। ਪ੍ਰੋਪਰ ਤਰੀਕੇ ਨਾਲ ਕੁਛ ਨਾ ਕੁਛ ਤਾਂ ਲੌਜਿਕ ਲਗਾ ਕੇ ਲਾਅ ਬਣਾਇਆ ਜਾਂਦਾ ਕਿ ਕਿਹੜੀ ਚੀਜ਼ ਅਸਲ ਦੇ ਵਿੱਚ ਇੰਪਲੀਮੈਂਟ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ। ਤਾਂ ਚੌਥਾ ਬੰਦਾ ਸੀ ਜਿਹੜਾ ਉਹਦੀ ਜ਼ਿਆਦਾ ਪਾਵਰ ਕੀ ਸੀ, ਉਹ ਲਾਅ ਮੇਕਿੰਗ ਦਾ ਕੰਮ ਕਰਦਾ ਸੀ, ਠੀਕ ਹੈ। ਦੈਨ ਉਸ ਤੋਂ ਬਾਅਦ ਦੇ ਵਿੱਚ ਫॉर द ਫਸਟ ਟਾਈਮ ਗਵਰਨਰ ਜਨਰਲਸ ਗੌਰਮੈਂਟ ਵਾਜ਼ ਕਾਲਡ ਗੌਰਮੈਂਟ ਆਫ ਇੰਡੀਆ। ਜਿਹੜੀ ਗਵਰਨਰ ਜਨਰਲ ਦੀ ਗੌਰਮੈਂਟ ਸੀ ਉਹਨੂੰ ਕੀ ਬੋਲਿਆ ਗਿਆ ਸੀ, ਗੌਰਮੈਂਟ ਆਫ ਇੰਡੀਆ ਬੋਲਿਆ ਗਿਆ। ਦੈਨ ਉਸ ਤੋਂ ਬਾਅਦ ਦੇ ਵਿੱਚ ਐਂਡ ਦਾ ਕਾਊਂਸਿਲ, ਜਿਹੜੀ ਕਾਊਂਸਿਲ ਸੀ ਉਹਨੂੰ ਇੰਡੀਅਨ ਕਾਊਂਸਿਲ ਦੇ ਨਾਮ ਨਾਲ ਜਾਣਿਆ ਗਿਆ। ਸੈਕਿੰਡ ਪ੍ਰੋਵੀਜ਼ਨ ਆ ਜਾਂਦਾ ਇੰਡੀਅਨ ਲਾਅ ਕਮਿਸ਼ਨ। ਜਿਹੜਾ the act mandated that any law made in India was to put before the British Parliament and was to be called act। ਉਹ ਵਾਲੀ ਚੀਜ਼ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਇੰਡੀਅਨ ਲਾਅ ਕਮਿਸ਼ਨ ਦੀ ਐਸਟੈਬਲਿਸ਼ਮੈਂਟ ਕੀਤੀ ਗਈ ਸੀ ਤੇ ਇਹਦਾ ਪਹਿਲਾ ਚੇਅਰਮੈਨ ਸੀ ਲਾਰਡ ਮੈਕੌਲੇ, ਠੀਕ ਹੈ। ਪਹਿਲਾ ਚੇਅਰਮੈਨ ਯਾਦ ਰੱਖਿਓ, ਪਹਿਲਾ ਗਵਰਨਰ ਜਨਰਲ ਆਫ ਇੰਡੀਆ ਕਿਹੜਾ ਆਪਣੇ ਕੋਲ, ਲਾਰਡ ਵਿਲੀਅਮ ਬੈਂਟਿਕ, ਤੇ ਇੰਡੀਅਨ ਲਾਅ ਕਮਿਸ਼ਨ ਦਾ ਪਹਿਲਾ ਚੇਅਰਪਰਸਨ ਕੌਣ ਆ, ਲਾਰਡ ਮੈਕੌਲੇ, ਠੀਕ ਹੈ। ਇਹਨੂੰ ਆਪਾਂ ਡਾਊਨਵਰਡ ਫਿਲਟਰੇਸ਼ਨ ਥਿਊਰੀ ਦੇ ਵਿੱਚ ਵੀ ਰੀਡ ਕਰਾਂਗੇ ਕਿ ਇਹਨੇ ਕੀ ਇੰਪਲੀਮੈਂਟ ਕੀਤਾ ਔਰ ਕਿਉਂ ਕੀਤਾ। ਇਹਦਾ ਅਸਲ ਦੇ ਵਿੱਚ ਕੰਮ ਕੀ ਸੀ, ਸਾਰੇ ਜਿਹੜੇ ਲਾਅ ਸੀ ਉਹਨਾਂ ਨੂੰ ਕੋਡੀਫਾਈ ਕਰਨਾ ਕਿ ਕਿਹੜਾ ਲਾਅ ਕੀ ਉਹਦੇ ਵਿੱਚ ਅਸਲ ਦੇ ਵਿੱਚ ਪ੍ਰੋਵੀਜ਼ਨਸ ਨੇ। ਨੈਕਸਟ ਆ ਜਾਂਦਾ ਇੰਡੀਅਨਸ ਇਨ ਗੌਰਮੈਂਟ ਸਰਵਿਸਿਜ਼। ਇਹ ਵਾਲੇ ਪੁਆਇੰਟ ਨੂੰ ਇੰਨਾ ਕੋਈ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਅਸਲ 'ਚ ਇੰਪਲੀਮੈਂਟ ਇੰਨਾ ਕੁਛ ਹੋਇਆ ਨਹੀਂ। ਜਿਹੜੀ ਕਾਊਂਸਿਲ ਸੀ ਉਹਨੇ ਇਹ ਵਾਲਾ ਡਿਸੀਜ਼ਨ ਦੇ ਖਿਲਾਫ ਕਹਿ ਲਓ ਬਹੁਤ ਜ਼ਿਆਦਾ ਇਹਦੀ ਅਪੋਜ਼ ਕਰਤਾ ਸੀ, ਤਾਂ ਕਰਕੇ ਇਹ ਵਾਲੀ ਚੀਜ਼ ਕਦੇ ਇੰਪਲੀਮੈਂਟ ਨਹੀਂ ਸੀ ਹੋ ਸਕੀ, ਮਤਲਬ ਇਸ ਐਕਟ ਦੇ ਵਿੱਚ ਨਹੀਂ ਸੀ ਇੰਪਲੀਮੈਂਟ ਹੋ ਸਕੀ। ਦਿਸ ਵਾਜ਼ ਦਾ ਫਸਟ ਐਕਟ ਦੈਟ ਗੇਵ ਪਰਮਿਸ਼ਨ ਫॉर ਇੰਡੀਅਨਸ ਟੂ ਹੈਵ ਅ ਸ਼ੇਅਰ ਇਨ ਕੰਟਰੀਜ਼ ਐਡਮਿਨਿਸਟ੍ਰੇਸ਼ਨ। ਹੁਣ ਦੇਖੋ ਇੰਡੀਆ ਦੇ ਵਿੱਚ ਰੂਲ ਕਰਨਾ ਤਾਂ ਡੈਫੀਨੇਟਲੀ ਇੰਡੀਆ ਦੇ ਵੀ ਤਾਂ ਕੋਈ ਇੰਡੀਆ ਦੇ ਜਿਹੜੇ ਬੰਦੇ ਨੇ ਉਹ ਵੀ ਤਾਂ ਵਿੱਚ ਇਨਵੋਲਵ ਹੋਣੇ ਚਾਹੀਦੇ ਨੇ ਲਾਅ ਮੇਕਿੰਗ ਦੀ ਪ੍ਰੋਸੈਸ ਦੇ ਵਿੱਚ ਜਾਂ ਫਿਰ ਕਿਸੇ ਲੈਜਿਸਲੇਟਿਵ ਐਕਸ਼ਨ ਦੇ ਵਿੱਚ। ਤਾਂ ਕਰਕੇ ਇਸ ਲਾਅ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਜਿਹੜੇ ਇੰਡੀਅਨਸ ਨੇ ਉਹਨਾਂ ਨੂੰ ਵੀ ਪਰਮਿਸ਼ਨ ਆ ਕਿ ਉਹ ਕੰਟਰੀ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਇਟ ਸਟੇਟਡ ਦੈਟ ਮੈਰਿਟ ਸ਼ੁੱਡ ਬੀ ਦ ਬੇਸਿਸ ਆਫ ਐਮਪਲੋਇਮੈਂਟ ਟੂ ਗੌਰਮੈਂਟ ਸਰਵਿਸ ਐਂਡ ਨਾਟ ਬਰਥ, ਕਲਰ, ਰਿਲੀਜਨ ਔਰ ਰੇਸ। ਇਹ ਵਿੱਚ ਕਿਹਾ ਗਿਆ ਸੀ ਕਿ ਜੋ ਵੀ ਮਤਲਬ ਜਾਤ ਦੇ ਆਧਾਰ ਤੇ ਕਹਿ ਲਓ ਜਾਂ ਫਿਰ ਜਨਮ ਦੇ ਆਧਾਰ ਤੇ, ਕਲਰ ਦੇ ਆਧਾਰ ਦੇ ਉੱਤੇ, ਆਹ ਚੀਜ਼ਾਂ ਦੇ ਆਧਾਰ ਦੇ ਉੱਤੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਵਿਤਕਰਾ ਨਹੀਂ ਹੋਣਾ ਚਾਹੀਦਾ। ਜਿਹੜਾ ਬੰਦਾ ਕਾਬਿਲ ਆ ਉਹਨੂੰ ਉਸ ਪੋਜੀਸ਼ਨ ਦੇ ਉੱਤੇ ਰੱਖੋ, ਠੀਕ ਹੈ। ਤਾਂ ਨੈਕਸਟ ਆ ਜਾਂਦਾ ਸਿਗਨੀਫੀਕੈਂਸ ਆਫ ਦ ਐਕਟ ਆਫ 1833। ਇਟ ਵਾਜ਼ ਦਾ ਫਾਈਨਲ ਸਟੈਪ ਇਨ ਦਾ ਸੈਂਟਰਲਾਈਜੇਸ਼ਨ ਆਫ ਇੰਡੀਅਨ ਐਡਮਿਨਿਸਟ੍ਰੇਸ਼ਨ। ਹੁਣ ਇਹ ਗੱਲ ਤਾਂ ਆਪਾਂ ਨੂੰ ਪਤਾ ਲੱਗ ਹੀ ਚੁੱਕੀ ਹੈ ਕਿ ਜੋ ਮਦਰਾਸ ਔਰ ਬੰਬਈ ਦੇ ਗਵਰਨਰ ਸੀ ਉਹਨਾਂ ਦੀ ਤਾਂ ਸਾਰੀ ਲਾਅ ਮੇਕਿੰਗ ਦੀ ਪਾਵਰ ਖੋਹ ਲਈ, ਸਾਰੀ ਦੀ ਸਾਰੀ ਪਾਵਰ ਕਿਹਦੇ ਹੱਥ ਆ ਗਈ, ਗਵਰਨਰ ਜਨਰਲ ਆਫ ਇੰਡੀਆ ਦੇ ਹੱਥ। ਸਾਰੇ ਜਿਹੜੇ ਵੀ ਇੰਡੀਅਨ ਮਤਲਬ ਬ੍ਰਿਟਿਸ਼ ਪੋਜੈਸ਼ਨਸ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਵਾਸਤੇ ਲਾਅ ਕੌਣ ਬਣਾ ਰਿਹਾ, ਗਵਰਨਰ ਜਨਰਲ ਆਫ ਇੰਡੀਆ। ਤਾਂ ਕਰਕੇ ਇੱਕ ਤਰੀਕੇ ਨਾਲ ਉਹ ਕੀ ਹੋ ਗਿਆ, ਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਦਾ ਬੇਸਿਕਲੀ ਮਤਲਬ ਹੁੰਦਾ ਜਦੋਂ ਇੱਕ ਹੀ ਬੰਦੇ ਦੇ ਹੱਥ ਸਾਰੀ ਪਾਵਰ ਆ ਜਾਵੇ, ਠੀਕ ਹੈ। ਡੀਸੈਂਟਰਲਾਈਜੇਸ਼ਨ ਮੀਨਸ ਜਦੋਂ ਜਿਹੜੀ ਪਾਵਰ ਆ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਡਿਸਟਰੀਬਿਊਟ ਹੋ ਜਾਏ, ਮਤਲਬ ਕਿ ਜਿਹੜੇ ਬਾਕੀ ਜਾਣੇ ਨੇ ਉਹਨਾਂ ਕੋਲ ਵੀ ਪਾਵਰ ਹੋਵੇ। ਨੈਕਸਟ ਦ ਐਂਡਿੰਗ ਆਫ ਦ ਈਸਟ ਇੰਡੀਆ ਕੰਪਨੀਜ਼ ਕਮਰਸ਼ੀਅਲ ਐਕਟੀਵਿਟੀਜ਼ ਐਂਡ ਮੇਕਿੰਗ ਇਟ ਇਨਟੂ ਅ ਬ੍ਰਿਟਿਸ਼ ਕਰਾਊਨਸ ਟਰਸਟੀ ਇਨ ਐਡਮਿਨਿਸਟਰਿੰਗ ਇੰਡੀਆ। ਤਾਂ ਅਸਲ ਦੇ ਵਿੱਚ ਹੁਣ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਹ ਕਮਰਸ਼ੀਅਲ ਬਾਡੀ ਨੂੰ ਛੱਡ ਕੇ ਸਿਰਫ ਇੱਕ ਐਡਮਿਨਿਸਟ੍ਰੇਟਿਵ ਬਾਡੀ ਰਹਿ ਗਈ ਸੀ ਜਿਹੜੀ ਕਿ ਅਸਲ ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਅੰਡਰ ਹੀ ਕੰਮ ਕਰ ਰਹੀ ਸੀ। ਤਾਂ ਅੱਜ ਦਾ ਆਪਣਾ ਟੌਪਿਕ ਬਸ ਇੰਨਾ ਹੀ ਸੀ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਹੈਲਪਫੁਲ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ।